ਹਾਈਬ੍ਰਿਡ ਗੱਡੀਆਂ ਇਹ ਨਾਂ ਤਾਂ ਹੁਣ ਆਮ ਸੁਣਨ ਨੂੰ ਮਿਲਦਾ ਹੈ ਨਾ? ਪਰ ਕਦੇ ਸੋਚਿਆ ਕਿ ਇਹਨਾਂ ਦੇ ਹੁੱਡ ਦੇ ਥੱਲੇ ਅਸਲ ਵਿੱਚ ਚੱਲਦਾ ਕੀ ਹੈ? ਦੇਖੋ, ਇਹ ਸਿਰਫ ਇੱਕ ਪੈਟਰੋਲ ਇੰਜਨ ਤੇ ਇੱਕ ਇਲੈਕਟ੍ਰਿਕ ਮੋਟਰ ਦਾ ਜੋੜ-ਤੋੜ ਨਹੀਂ ਹੈ। ਨਹੀਂ, ਇਹ ਤਾਂ ਇੱਕ ਬਹੁਤ ਹੀ ਕਮਾਲ ਦੀ ਇੰਜੀਨੀਅਰਿੰਗ ਹੈ ਜਿਹੜੀ ਸਾਡੇ ਆਉਣ-ਜਾਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ। ਤਾਂ ਚਲੋ, ਅੱਜ ਆਪਾਂ ਇਸੇ ਟੈਕਨੋਲੋਜੀ ਦੀਆਂ ਗੁੰਝਲਾਂ ਨੂੰ ਖੋਲਦੇ ਹਾਂ, ਬਿਲਕੁਲ ਬੇਸਿਕ ਤੋਂ ਲੈ ਕੇ ਐਡਵਾਂਸ ਡਿਜ਼ਾਈਨ ਤੱਕ, ਤੇ ਸਮਝਦੇ ਹਾਂ ਕਿ ਗਤੀ ਦਾ ਭਵਿੱਖ ਕਿਹੋ ਜਿਹਾ ਹੋਣ ਵਾਲਾ ਹੈ। ਤਾਂ ਆਪਣਾ ਸਫ਼ਰ ਕੁਝ ਇਸ ਤਰ੍ਹਾਂ ਦਾ ਰਹੇਗਾ। ਸਭ ਤੋਂ ਪਹਿਲਾਂ ਆਪਾਂ ਹਾਈਬ੍ਰਿਡ ਦੇ ਬੁਨਿਆਦੀ ਆਈਡੀਆ ਨੂੰ ਫੜਾਂਗੇ, ਫਿਰ ਇਲੈਕਟ੍ਰੀਫਿਕੇਸ਼ਨ ਦੀ ਪੌੜੀ ਦੇਖਾਂਗੇ ਇੱਕ-ਇੱਕ ਕਰਕੇ। ਇਸ ਤੋਂ ਬਾਅਦ 3 ਮੁੱਖ ਇੰਜੀਨੀਅਰਿੰਗ ਡਿਜ਼ਾਈਨਾਂ ਦੀ ਗੱਲ ਕਰਾਂਗੇ, ਫਿਰ ਦੇਖਾਂਗੇ ਕਿ ਇਹੀ ਚੀਜ਼ਾਂ ਅਸਮਾਨ ਵਿੱਚ ਯਾਨੀ ਜਹਾਜ਼ਾਂ ਵਿੱਚ ਕਿਵੇਂ ਕੰਮ ਆ ਰਹੀਆਂ ਨੇ, ਤੇ ਅਖੀਰ ਵਿੱਚ ਭਵਿੱਖ ਦੀ ਗੱਲ ਕਰਾਂਗੇ। ਤੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਅਤੇ ਸਭ ਤੋਂ ਜ਼ਰੂਰੀ ਸਵਾਲ ਤੋਂ, ਹਾਈਬ੍ਰਿਡ ਦਾ ਮੂਲ ਵਿਚਾਰ। ਆਖਿਰ ਕਿਉਂ ਇੱਕ ਦੀ ਥਾਂ 2 ਪਾਵਰ ਸੋਰਸ ਚਾਹੀਦੇ ਨੇ? ਇਹ ਇੱਕ ਤੋਂ ਬਿਹਤਰ ਕਿਵੇਂ ਹੋ ਗਏ? ਦੇਖੋ, ਸਾਰਾ ਖੇਲ ਇਸੇ ਸਵਾਲ ਦੇ ਜਵਾਬ ਵਿੱਚ ਛੁਪਿਆ ਹੋਇਆ ਹੈ। ਇੱਕ ਗੈਸ ਇੰਜਨ ਦੇ ਨਾਲ ਇੱਕ ਇਲੈਕਟ੍ਰਿਕ ਮੋਟਰ ਕਿਉਂ? ਜਵਾਬ ਇੱਕ ਸ਼ਬਦ ਵਿੱਚ ਹੈ, ਐਫੀਸ਼ੀਐਂਸੀ, ਯਾਨੀ ਕੁਸ਼ਲਤਾ। ਸੋਚੋ, ਇੱਕ ਪੈਟਰੋਲ ਇੰਜਨ ਹਰ ਸਪੀਡ ਤੇ ਵਧੀਆ ਕੰਮ ਨਹੀਂ ਕਰਦਾ, ਖਾਸ ਕਰਕੇ ਸ਼ਹਿਰ ਦੇ ਟ੍ਰੈਫਿਕ ਵਿੱਚ ਜਿੱਥੇ ਵਾਰ-ਵਾਰ ਰੁਕਣਾ ਚੱਲਣਾ ਪੈਂਦਾ ਹੈ। ਉੱਥੇ ਤਾਂ ਇੰਜਨ ਦੀ ਬਹੁਤ ਸਾਰੀ ਊਰਜਾ ਬਰਬਾਦ ਹੁੰਦੀ ਹੈ। ਬਸ ਇੱਥੇ ਹੀ ਇਲੈਕਟ੍ਰਿਕ ਮੋਟਰ ਆਪਣਾ ਕਮਾਲ ਦਿਖਾਉਂਦੀ ਹੈ। ਇਸੇ ਲਈ ਬਣਾਈ ਗਈ ਹੈ ਹਾਈਬ੍ਰਿਡ ਇਲੈਕਟ੍ਰਿਕ ਵਹੀਕਲ ਯਾਨੀ HEV। ਇਹ ਇੱਕ ਅਜਿਹੀ ਗੱਡੀ ਹੈ ਜੋ ਦੋਵਾਂ ਦੁਨੀਆ ਦੀਆਂ ਸਭ ਤੋਂ ਵਧੀਆ ਚੀਜ਼ਾਂ ਨੂੰ ਇਕੱਠਾ ਕਰਦੀ ਹੈ। ਇਸ ਦਾ ਇੱਕੋ ਇੱਕ ਮਕਸਦ ਹੈ, ਊਰਜਾ ਨੂੰ ਬਚਾਉਣਾ। ਇਹ ਇੰਜਨ ਨੂੰ ਉਦੋਂ ਹੀ ਚਲਾਉਂਦੀ ਹੈ ਜਦੋਂ ਉਹ ਸਭ ਤੋਂ ਵਧੀਆ ਕੰਮ ਕਰਦਾ ਹੈ, ਤੇ ਸਭ ਤੋਂ ਵੱਡੀ ਗੱਲ, ਜਦੋਂ ਬ੍ਰੇਕ ਲੱਗਦੀ ਹੈ ਤਾਂ ਜਿਹੜੀ ਊਰਜਾ ਗਰਮੀ ਬਣ ਕੇ ਹਵਾ 'ਚ ਉੱਡ ਜਾਂਦੀ ਸੀ, ਇਹ ਸਿਸਟਮ ਉਸ ਨੂੰ ਫੜ ਕੇ ਵਾਪਸ ਬੈਟਰੀ ਵਿੱਚ ਭਰ ਲੈਂਦਾ ਹੈ। ਇਸੇ ਨੂੰ ਕਹਿੰਦੇ ਨੇ ਰੀਜਨਰੇਟਿਵ ਬ੍ਰੇਕਿੰਗ। ਕਮਾਲ ਹੈ ਨਾ? ਅੱਛਾ, ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਹਾਈਬ੍ਰਿਡ ਕਹਿੰਦੇ ਆ ਤਾਂ ਇਸ ਦਾ ਮਤਲਬ ਕੋਈ ਇੱਕ ਕਿਸਮ ਦੀ ਗੱਡੀ ਨਹੀਂ ਹੈ। ਇਹ ਤਾਂ ਇੱਕ ਪੂਰੀ ਪੌੜੀ ਹੈ, ਇਲੈਕਟ੍ਰੀਫਿਕੇਸ਼ਨ ਦੀ ਪੌੜੀ। तो चलो इस पौड़ी ते चढ़ना शुरू करिए जिथे हर कदम सानू होर ज्यादा बिजली वाले भविख वल लेके जांदा है। इस पौड़ी दे समझो 4 मुख डंडे ने। सब तो पहला कदम है माइक्रो हाइब्रिड, उस तो उत्ते है माइल्ड हाइब्रिड, फिर आंदा है फुल हाइब्रिड, ते सब तो सिखर ते है प्लग इन हाइब्रिड। जिवें जिवें आपां उपर जांदे हां, इलैक्ट्रिक मोटर दी ताकत ते भूमिका वधदी जांदी है। ਹੁਣ ਦੇਖੋ, ਇਸ ਸਾਰੀ ਖੇਡ ਦਾ ਰਾਜ਼ ਵੋਲਟੇਜ ਵਿੱਚ ਹੈ। ਜਿੰਨੀ ਜ਼ਿਆਦਾ ਵੋਲਟੇਜ ਉਨਾ ਜ਼ਿਆਦਾ ਕੰਮ। ਇੱਕ 12 ਵੋਲਟ ਦਾ ਮਾਈਕਰੋ ਹਾਈਬ੍ਰਿਡ ਉਹ ਬਸ ਇੰਜਨ ਨੂੰ ਟ੍ਰੈਫਿਕ 'ਚ ਬੰਦ ਤੇ ਸਟਾਰਟ ਕਰ ਸਕਦਾ ਹੈ। ਥੋੜਾ ਉੱਪਰ ਚਲੋ, 48 ਵੋਲਟ ਦਾ ਮਾਈਲਡ ਹਾਈਬ੍ਰਿਡ ਇੰਜਨ ਨੂੰ ਥੋੜਾ ਧੱਕਾ ਲਾ ਦਿੰਦਾ ਹੈ। ਪਰ ਜਦੋਂ ਆਪਾਂ 300 ਵੋਲਟ ਤੋਂ ਪਾਰ ਪਲੱਗ-ਇਨ ਹਾਈਬ੍ਰਿਡ ਤੱਕ ਪਹੁੰਚਦੇ ਹਾਂ ਤਾਂ ਗੱਡੀ ਪੂਰੀ ਤਰ੍ਹਾਂ ਬਿਜਲੀ ਤੇ ਲੰਮੀ ਦੂਰੀ ਤੈਅ ਕਰ ਸਕਦੀ ਹੈ। ਤਾਂ ਹਿਸਾਬ ਬਿਲਕੁਲ ਸਿੱਧਾ ਹੈ, ਵੱਧ ਵੋਲਟੇਜ ਮਤਲਬ ਵੱਧ ਇਲੈਕਟ੍ਰਿਕ ਪਾਵਰ। ਤਾਂ ਸਵਾਲ ਇਹ ਹੈ ਕਿ ਇਹ ਲੰਮੀ ਦੂਰੀ ਆਖਰ ਹੈ ਕਿੰਨੀ? ਆਮ ਤੌਰ ਤੇ ਇਹ 30 ਤੋਂ 50 ਮੀਲ ਦੇ ਵਿੱਚ ਹੁੰਦੀ ਹੈ, ਯਾਨੀ ਲਗਭਗ 50 ਤੋਂ 80 ਕਿਲੋਮੀਟਰ। ਹੁਣ ਇਸ ਦਾ ਮਤਲਬ ਸੋਚੋ। ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਲੋਕਾਂ ਦਾ ਰੋਜ਼ ਦਾ ਕੰਮ, ਜਿਵੇਂ ਦਫ਼ਤਰ ਜਾਣਾ, ਬਾਜ਼ਾਰ ਜਾਣਾ, ਉਹ ਬਿਨਾਂ ਇੱਕ ਬੂੰਦ ਪੈਟਰੋਲ ਦੇ ਹੋ ਸਕਦਾ ਹੈ, ਬਿਲਕੁਲ ਇੱਕ ਇਲੈਕਟ੍ਰਿਕ ਗੱਡੀ ਵਾਂਗ। ਤੇ ਜੇ ਕਿਤੇ ਲੰਮੇ ਸਫ਼ਰ ਤੇ ਜਾਣਾ ਪਵੇ ਤਾਂ ਪੈਟਰੋਲ ਇੰਜਨ ਤਾਂ ਹੈ ਹੀ। ਠੀਕ ਹੈ, ਤਾਂ ਹੁਣ ਤੱਕ ਆਪਾਂ ਇਹ ਸਮਝ ਗਏ ਕਿ ਇੱਕ ਹਾਈਬ੍ਰਿਡ ਵਿੱਚ ਕਿੰਨੀ ਬਿਜਲੀ ਹੋ ਸਕਦੀ ਹੈ। ਪਰ ਹੁਣ ਅਗਲਾ ਸਵਾਲ ਇਹ ਹੈ ਕਿ ਇੰਜਨ ਤੇ ਮੋਟਰ ਦੀ ਪਾਵਰ ਪਹੀਆਂ ਤੱਕ ਪਹੁੰਚਦੀ ਕਿਵੇਂ ਹੈ? ਇਸ ਦੇ ਲਈ ਇੰਜੀਨੀਅਰਾਂ ਨੇ 3 ਮੁੱਖ ਬਲੂਪ੍ਰਿੰਟਸ ਯਾਨੀ 3 ਡਿਜ਼ਾਈਨ ਬਣਾਏ ਨੇ। ਇਹਨਾਂ ਵਿੱਚੋਂ ਪਹਿਲੇ 2 ਹਨ ਸੀਰੀਜ਼ ਅਤੇ ਪੈਰਲਲ। ਚਲੋ ਇਹਨਾਂ ਨੂੰ ਸੌਖੇ ਤਰੀਕੇ ਨਾਲ ਸਮਝਦੇ ਹਾਂ। ਸੀਰੀਜ਼ ਹਾਈਬ੍ਰਿਡ, ਇਸ ਨੂੰ ਸਮਝੋ ਇੱਕ ਚਲਦਾ ਫਿਰਦਾ ਜਨਰੇਟਰ। ਇੰਜਨ ਦਾ ਪਹੀਆਂ ਨਾਲ ਕੋਈ ਸਿੱਧਾ ਲੈਣਾ ਦੇਣਾ ਨਹੀਂ, ਉਹ ਸਿਰਫ ਬਿਜਲੀ ਬਣਾਉਂਦਾ ਹੈ ਤੇ ਗੱਡੀ ਨੂੰ ਚਲਾਉਂਦੀ ਹੈ ਇਲੈਕਟ੍ਰਿਕ ਮੋਟਰ। ਸ਼ਹਿਰ ਦੇ ਟ੍ਰੈਫਿਕ ਲਈ ਸਭ ਤੋਂ ਵਧੀਆ ਹੈ। ਫਿਰ ਆਉਂਦਾ ਹੈ ਪੈਰਲਲ ਹਾਈਬ੍ਰਿਡ। ਇਹ ਇੱਕ ਟੈਂਡਮ ਸਾਈਕਲ ਵਰਗਾ ਹੈ ਜਿਸ ਨੂੰ 2 ਲੋਕ ਮਿਲ ਕੇ ਚਲਾਉਂਦੇ ਨੇ। ਇੱਥੇ ਇੰਜਨ ਤੇ ਮੋਟਰ ਦੋਵੇਂ ਇਕੱਠੇ ਜਾਂ ਵਾਰੀ-ਵਾਰੀ ਪਹੀਆਂ ਨੂੰ ਤਾਕਤ ਦੇ ਸਕਦੇ ਨੇ। ਇਹ ਹਾਈਵੇ ਤੇ ਬਹੁਤ ਕਾਰਗਰ ਹੈ ਤੇ ਅੱਜਕੱਲ ਸਭ ਤੋਂ ਜ਼ਿਆਦਾ ਗੱਡੀਆਂ ਵਿੱਚ ਇਹੀ ਸਿਸਟਮ ਮਿਲਦਾ ਹੈ। ਪਰ ਇੰਜੀਨੀਅਰ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਸੋਚਿਆ ਕਿ ਕੋਈ ਅਜਿਹਾ ਸਿਸਟਮ ਬਣ ਸਕਦਾ ਹੈ ਜਿਸ ਵਿੱਚ ਦੋਵਾਂ ਦੀਆਂ ਖੂਬੀਆਂ ਹੋਣ, ਸ਼ਹਿਰ ਵਿੱਚ ਸੀਰੀਜ਼ ਵਰਗਾ ਤੇ ਹਾਈਵੇ ਤੇ ਪੈਰਲਲ ਵਰਗਾ। ਤੇ ਇਸੇ ਸੋਚ ਵਿੱਚੋਂ ਨਿਕਲਿਆ ਤੀਜਾ ਤੇ ਸਭ ਤੋਂ ਹੁਸ਼ਿਆਰ ਡਿਜ਼ਾਈਨ, ਸੀਰੀਜ਼ ਪੈਰਲਲ ਹਾਈਬ੍ਰਿਡ। ਇਸ ਦਾ ਜਾਦੂ ਛੁਪਿਆ ਹੈ ਇੱਕ ਖਾਸ ਪੁਰਜ਼ੇ ਵਿੱਚ ਜਿਸ ਨੂੰ ਕਹਿੰਦੇ ਨੇ ਪਾਵਰ ਸਪਲਿਟ ਡਿਵਾਈਸ। ਇਹ ਇਸ ਸਿਸਟਮ ਦਾ ਦਿਮਾਗ ਹੈ।
ਇਹ ਫੈਸਲਾ ਕਰਦਾ ਹੈ ਕਿ ਕਦੋਂ ਗੱਡੀ ਨੂੰ ਸੀਰੀਜ਼ ਮੋਡ ਵਿੱਚ ਚਲਾਉਣਾ ਹੈ ਤੇ ਕਦੋਂ ਪੈਰਲਲ ਵਿੱਚ। ਨਤੀਜਾ, ਗੱਡੀ ਘੱਟ ਸਪੀਡ ਤੇ ਸੀਰੀਜ਼ ਹਾਈਬ੍ਰਿਡ ਵਾਂਗ ਚੱਲਦੀ ਹੈ ਤੇ ਤੇਜ਼ ਸਪੀਡ ਤੇ ਪੈਰਲਲ ਵਾਂਗ। ਇਸ ਨਾਲ ਇੰਜਨ ਹਮੇਸ਼ਾ ਆਪਣੀ ਸਭ ਤੋਂ ਵਧੀਆ ਸਪੀਡ ਤੇ ਰਹਿੰਦਾ ਹੈ, ਜਿਸ ਨਾਲ ਬਹੁਤ ਸਾਰਾ ਤੇਲ ਬਚਦਾ ਹੈ। ਦੁਨੀਆ ਭਰ ਵਿੱਚ ਮਸ਼ਹੂਰ ਟੋਯੋਟਾ ਪ੍ਰੀਅਸ ਦੀ ਸਫਲਤਾ ਪਿੱਛੇ ਇਸੇ ਕਮਾਲ ਦੇ ਡਿਜ਼ਾਈਨ ਦਾ ਹੱਥ ਹੈ। ਖੈਰ, ਹੁਣ ਤੱਕ ਆਪਾਂ ਗੱਲ ਕੀਤੀ ਸੜਕਾਂ ਤੇ ਚੱਲਣ ਵਾਲੀਆਂ ਗੱਡੀਆਂ ਦੀ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਸਿਧਾਂਤ, ਇਹੀ ਇੰਜੀਨੀਅਰਿੰਗ ਹੁਣ ਅਸਮਾਨ ਵਿੱਚ ਵੀ ਉਡਾਣ ਭਰ ਰਹੀ ਹੈ? ਜੀ ਹਾਂ, ਇਹ ਟੈਕਨੋਲੋਜੀ ਹੁਣ ਹਵਾਬਾਜ਼ੀ ਦੇ ਭਵਿੱਖ ਨੂੰ ਵੀ ਬਦਲਣ ਲੱਗੀ ਹੈ। ਬਿਲਕੁਲ ਉਹੀ 3 ਡਿਜ਼ਾਈਨ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ, ਸੀਰੀਜ਼, ਪੈਰਲਲ ਤੇ ਸੀਰੀਜ਼ ਪੈਰਲਲ, ਹੁਣ ਡਰੋਨਾਂ ਅਤੇ ਇਲੈਕਟ੍ਰਿਕ ਹਵਾਈ ਜਹਾਜ਼ਾਂ ਲਈ ਤਿਆਰ ਕੀਤੇ ਜਾ ਰਹੇ ਹਨ। ਕਿਉਂਕਿ ਦੇਖੋ, ਐਰੋਸਪੇਸ ਇੰਡਸਟਰੀ ਦੀਆਂ ਸਮੱਸਿਆਵਾਂ ਵੀ ਤਾਂ ਉਹੀ ਨੇ, ਜ਼ਿਆਦਾ ਰੇਂਜ ਕਿਵੇਂ ਮਿਲੇ ਤੇ ਊਰਜਾ ਦੀ ਵਰਤੋਂ ਨੂੰ ਹੋਰ ਕੁਸ਼ਲ ਕਿਵੇਂ ਬਣਾਇਆ ਜਾਵੇ, ਤੇ ਇਹਨਾਂ ਸਵਾਲਾਂ ਦਾ ਜਵਾਬ ਹਾਈਬ੍ਰਿਡ ਟੈਕਨੋਲੋਜੀ ਦੇ ਰਹੀ ਹੈ। ਤੇ ਇਹ ਕੋਈ ਹਵਾਈ ਗੱਲ ਨਹੀਂ ਹੈ। ਅਮਰੀਕਾ ਦੀ ਸਭ ਤੋਂ ਐਡਵਾਂਸਡ ਮਿਲਟਰੀ ਰਿਸਰਚ ਏਜੰਸੀ ਡਾਰਪਾ ਸ਼ੈਪਰਡ ਨਾਂ ਦੇ ਇੱਕ ਪ੍ਰੋਗਰਾਮ ਤੇ ਕੰਮ ਕਰ ਰਹੀ ਹੈ। ਇਹ ਪ੍ਰੋਗਰਾਮ ਖਾਸ ਤੌਰ ਤੇ ਜਹਾਜ਼ਾਂ ਲਈ ਸੀਰੀਜ਼ ਹਾਈਬ੍ਰਿਡ ਸਿਸਟਮ ਤੇ ਕੇਂਦਰਿਤ ਹੈ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਇਸ ਟੈਕਨੋਲੋਜੀ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਹ ਕਹਾਣੀ ਸਿਰਫ ਫੌਜੀ ਪ੍ਰੋਜੈਕਟਾਂ ਤੱਕ ਹੀ ਸੀਮਤ ਨਹੀਂ ਹੈ। ਬੀਟਾ ਦੀ ਆਲੀਆ ਵਰਗੀਆਂ ਕਮਰਸ਼ੀਅਲ ਕੰਪਨੀਆਂ ਇਲੈਕਟ੍ਰਿਕ 에ਅਰ ਟੈਕਸੀਆਂ ਬਣਾ ਰਹੀਆਂ ਨੇ ਤੇ ਵੱਡੇ ਹਵਾਈ ਅੱਡਿਆਂ ਤੇ ਇਹਨਾਂ ਦੀ ਟੈਸਟਿੰਗ ਵੀ ਕਰ ਰਹੀਆਂ ਨੇ। ਮਤਲਬ ਇਹ ਟੈਕਨੋਲੋਜੀ ਹੁਣ ਸਿਰਫ ਲੈਬ ਵਿੱਚ ਨਹੀਂ, ਬਲਕਿ ਅਸਲ ਦੁਨੀਆ ਵਿੱਚ ਸਾਡੇ ਉੱਪਰ ਅਸਮਾਨ ਵਿੱਚ ਆਉਣ ਲਈ ਤਿਆਰ ਹੋ ਰਹੀ ਹੈ। ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਆਪਾਂ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਦੀ ਗੱਲ ਕਰ ਲਈ। ਹੁਣ ਦੇਖਦੇ ਆ ਕਿ ਆਉਣ ਵਾਲੇ ਕੱਲ ਲਈ, ਯਾਨੀ ਗਤੀ ਦੇ ਭਵਿੱਖ ਲਈ ਇਸ ਸਭ ਦੇ ਕੀ ਮਾਇਨੇ ਹਨ। ਜੇ ਆਪਾਂ ਅੱਜ ਦੀਆਂ ਮੁੱਖ ਗੱਲਾਂ ਨੂੰ ਦੁਹਰਾਈਏ ਤਾਂ 4 ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਪਹਿਲੀ, ਹਾਈਬ੍ਰਿਡ ਦਾ ਮਤਲਬ ਕੋਈ ਇੱਕ ਚੀਜ਼ ਨਹੀਂ, ਇਹ ਇੱਕ ਪੂਰੀ ਰੇਂਜ ਹੈ। ਦੂਜੀ, ਮਾਈਕਰੋ, ਮਾਈਲਡ, ਫੁੱਲ ਤੇ ਪਲੱਗ-ਇਨ, ਇਹ 4 ਪੱਧਰ ਦੱਸਦੇ ਨੇ ਕਿ ਗੱਡੀ ਕਿੰਨੀ ਕੁ ਇਲੈਕਟ੍ਰਿਕ ਹੈ। ਤੀਜੀ, ਸੀਰੀਜ਼, ਪੈਰਲਲ ਤੇ ਸੀਰੀਜ਼ ਪੈਰਲਲ, ਇਹ 3 ਡਿਜ਼ਾਈਨ ਤੈਅ ਕਰਦੇ ਨੇ ਕਿ ਗੱਡੀ ਚੱਲੇਗੀ ਕਿਵੇਂ। ਤੇ ਚੌਥੀ ਅਤੇ ਆਖਰੀ ਗੱਲ, ਇਹ ਸਾਰੇ ਇੰਜੀਨੀਅਰਿੰਗ ਦੇ ਸਿਧਾਂਤ ਜ਼ਮੀਨ ਅਤੇ ਆਸਮਾਨ ਦੋਵਾਂ ਤੇ ਲਾਗੂ ਹੁੰਦੇ ਨੇ। ਤੇ ਅਖੀਰ ਵਿੱਚ ਇੱਕ ਵੱਡਾ ਸਵਾਲ ਜਿਸ ਤੇ ਸੋਚਣ ਦੀ ਲੋੜ ਹੈ, ਜਿਵੇਂ-ਜਿਵੇਂ ਟੈਕਨੋਲੋਜੀ ਅੱਗੇ ਵਧ ਰਹੀ ਹੈ ਤਾਂ ਇਹ ਹਾਈਬ੍ਰਿਡ ਗੱਡੀਆਂ ਕੀ ਹਨ? ਕੀ ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਦੌਰ ਵਿੱਚ ਜਾਣ ਲਈ ਸਿਰਫ ਇੱਕ ਪੁਲ ਹਨ, ਇੱਕ ਅਸਥਾਈ ਰਸਤਾ, ਜਾਂ ਫਿਰ ਕਿ ਇਹ ਆਪਣੇ ਆਪ ਵਿੱਚ ਇੱਕ ਸਥਾਈ ਅਤੇ ਸਭ ਤੋਂ ਵਧੀਆ ਹੱਲ ਹਨ ਜੋ ਸਾਨੂੰ ਦੋਵਾਂ ਦੁਨੀਆ ਦੀਆਂ ਖੂਬੀਆਂ ਦਿੰਦੇ ਰਹਿਣਗੇ? ਇਸੇ ਸਵਾਲ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਗਤੀ ਦੇ ਭਵਿੱਖ ਦੀ ਦਿਸ਼ਾ ਤੈਅ ਕਰੇਗਾ।